ਮੋਰਚੇ ਲੰਮੇ ਚੱਲਦੇ ਹੁੰਦੇ ਆ, ਮੋਰਚੇ ਸ਼ਹਾਦਤਾਂ 'ਤੇ ਵੀ ਖਤਮ ਹੋ ਜਾਂਦੇ ਆ ਅਤੇ ਮੋਰਚੇ ਸਰੋਪੇ 'ਤੇ ਵੀ ਖਤਮ ਹੁੰਦੇ ਆ। ਇਹ ਭਵਿੱਖ 'ਚੋਂ ਮੋਰਚੇ ਨੇ ਹੀ ਡਿਸਾਈਡ ਕਰੀ ਜਾਣਾ ਹੁੰਦਾ। ਪਰ ਅਫਸੋਸ ਆ ਮੈਨੂੰ ਵੀ ਉਹ ਚਾਹੁੰਦੇ ਕੋਈ ਲੋਕ ਮੇਰੇ ਵਰਗੇ, ਮੈਂ ਚਾਹੁੰਦਾ ਜਿਵੇਂ ਵੀ ਭਾਈ ਮੈਨੇਜਰ ਸਾਹਿਬ ਮੇਰੇ ਨਾਲ ਸਾਬਤ ਸੂਰਤ ਖੜ੍ਹੇ ਆ, ਪਰ ਜਿੱਤ ਇਹਨਾਂ ਨੂੰ ਨਾ ਮਿਲੇ, ਜਿੱਤ ਖੋਸੇ ਨੂੰ ਮਿਲੇ। 84 ਤੋਂ ਲੈ ਕੇ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਅੱਜ ਵੀ ਸਾਡੇ ਸਿੱਖ ਭਰਾ ਉਹ ਅੰਨਾ ਤਸ਼ੱਦਦ ਕਰਨ ਵਾਲੀ ਸਰਕਾਰ ਤੇ ਅੰਨਾ ਤਸ਼ੱਦਦ ਕਰਨ ਵਾਲੇ ਅੱਜ ਵੀ ਜਿਉਂਦੇ ਨੇ। ਉਹਨਾਂ ਦੇ ਕੇਸ ਕੋਰਟਾਂ 'ਚ ਚੱਲਦੇ ਆ। ਅੱਜ ਵੀ ਸਿੱਖ ਪਰਿਵਾਰ ਕੋਰਟਾਂ ਦੇ ਵਿੱਚ ਨੇ ਕਿ 7 ਸਾਲ ਹੋ ਗਏ ਨੇ ਇਹ ਸਾਰਾ ਕਾਂਡ ਹੋਏ ਨੂੰ। ਇਨਸਾਫ ਇਹਦਾ ਮਿਲੇਗਾ ਜਾਂ ਉਸੇ ਤਰੀਕੇ ਦੇ ਨਾਲ ਇਹ ਵੀ ਉਸੇ ਤਰੀਕੇ ਦੇ ਨਾਲ ਲੰਘਿਆ? ਆਪਾਂ ਤਾਂ ਆਸ ਇਸੇ ਗੱਲ 'ਚ ਹੀ ਰੱਖਦੇ ਹਾਂ, ਕਿਉਂਕਿ ਸਰਕਾਰ ਮੌਕੇ ਦੀ ਆਪਾਂ ਨੂੰ ਅੱਤਵਾਦੀ ਘੋਸ਼ਿਤ ਕਰਦੀ ਆ ਹਰ ਵਾਰੀ ਵੀ ਅੱਤਵਾਦੀਆਂ ਦਾ ਇਕੱਠ ਆ ਜੀ, ਇਹ ਆਏ ਆ ਜੀ, ਉਹ ਆ ਜੀ। ਪਰ ਇਹ ਸਭ ਨੂੰ ਪਤਾ, ਤੁਸੀਂ ਹਰ ਵਾਰੀ ਇੱਥੇ ਹੀ ਆਉਣੇ ਹੋ ਵੀ ਇੱਥੇ ਕਿਹੜੇ ਟੈਂਕ ਬੀੜੇ ਆ ਜਾਂ ਕੁਛ ਹੋਰ। ਪਰ ਜਿੰਨੇ ਇੱਥੇ ਸਿੰਘ ਆਇਆ, ਮੈਂ ਪਹਿਲਾਂ ਵੀ ਸੁਨੇਹਾ ਦਿੰਦਾ ਹਟਾ, ਮੈਂ ਹੁਣ ਵੀ ਦਿੰਦਾ ਵੀ ਇਹ ਚੀਜ਼ ਨੂੰ ਖੁੰਡ ਚਰਚਾ ਬਣਾਓ ਪਿੰਡਾਂ 'ਚ। ਖੁੰਡਾਂ 'ਤੇ ਇਹ ਚਰਚਾ ਹੋਵੇ ਵੀ ਅਸੀਂ ਉੱਥੇ ਜਾਣਾ ਹੀ ਜਾਣਾ ਹੈ, ਭਾਵੇਂ 5 ਜਾਣੇ ਜਾਓ ਪਿੰਡ 'ਚੋਂ, ਭਾਵੇਂ 10 ਜਾਓ, ਪਰ ਡੇਲੀ ਆਓ। ਸਰਕਾਰ ਦਾ ਫਰਜ਼ ਬਣਦਾ ਹੈ ਵੀ ਆਉਣਾ। ਬਾਕੀ ਜਿਹੜੀ ਅਸਲੀ ਗੱਲ ਇਹ ਆ, ਤੁਸੀਂ ਗੱਲ ਕੀਤੀ ਸਰਕਾਰ ਕਿੰਨੀ ਝੁਕੀ ਆ, ਸਰਕਾਰ ਦਾ ਝੁਕਣ ਵਾਲੇ ਲੱਛਣ ਤਾਂ ਲੱਗ ਨਹੀਂ ਰਹੇ। ਕਿਉਂਕਿ ਕਾਰਨ ਇਹਦੇ ਵਿੱਚ 2-3 ਨੇ। ਚਲੋ ਜੇ ਸਰਕਾਰ ਦੇ ਨੀਤ ਸਾਫ਼ ਆ, ਸਾਫ਼ ਨੀਤ ਨਾਲ ਕਰਦੀ ਆ ਤੇ ਟਾਈਮ ਮੰਗਦੀ ਆ, ਸਾਨੂੰ ਕੋਈ ਇਤਰਾਜ਼ ਨਹੀਂ। ਸਾਡਾ ਇੱਕੋ ਹੀ ਗੱਲ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋਸ਼ੀ ਨੇ ਜਿਹੜੇ, ਉਹਨਾਂ ਨੂੰ ਸਜ਼ਾ ਹਰ ਹਾਲਤ ਮਿਲਣੀ ਚਾਹੀਦੀ ਆ। ਕੇਸਰੀ ਨਿਸ਼ਾਨ ਸਾਡੇ ਸਿੱਖੀ ਦਾ ਪ੍ਰਤੀਕ ਆ ਤੇ ਇਹ ਹਰੇਕ ਘਰ 'ਤੇ ਜਿਵੇਂ ਹਿੰਦੂਆਂ ਦਾ ਤਿਰੰਗਾ ਹੋ ਗਿਆ ਜੀ, ਹਿੰਦੁਸਤਾਨ ਦਾ ਝੰਡਾ ਰਾਸ਼ਟਰੀ ਮਾਰਗ ਲਾਇਕ ਝੰਡਾ ਹੋ ਗਿਆ, ਇਸੇ ਤਰ੍ਹਾਂ ਸਿੱਖਾਂ ਦੇ ਵੀ ਝੰਡੇ ਲੱਗਣੇ ਚਾਹੀਦੇ। ਸਾਨੂੰ 15 ਅਗਸਤ ਹੈ ਜਿਹੜਾ, ਉਹਦੇ ਵਿੱਚ ਸਾਨੂੰ ਤਾਂ ਕੋਈ ਆਪਦਾ ਸਿੱਖ ਰਾਜ ਨਹੀਂ ਨਾ ਮਿਲਿਆ। ਜੇ ਸਾਨੂੰ ਸਿੱਖ ਰਾਜ ਮਿਲਿਆ ਹੁੰਦਾ ਤਾਂ ਅਸੀਂ ਇਸ ਤਰ੍ਹਾਂ ਭਟਕਦੇ ਨਾ, ਅਸੀਂ ਆਪਦਾ ਖੁਦ ਹੱਲ ਕਰਦੇ ਇਸ ਬੇਅਦਬੀ ਦਾ। ਦਰਸ਼ਕੋ, ਸਾਡੇ ਨਾਲ ਭਾਈ ਸੁਖਜੀਤ ਸਿੰਘ ਖੋਸਾ ਨੇ ਇਸ ਮੀਟਿੰਗ ਦੇ ਵਿੱਚ ਅਹਿਮ ਰਹੇ ਨੇ। ਸਵੇਰ ਤੋਂ ਲੈ ਕੇ ਇਹਨਾਂ ਨੇ ਹੁਣ ਤੱਕ ਦੀ ਭੂਮਿਕਾ ਨਿਭਾਈ ਹੈ ਤੇ ਸੰਗਤ ਤੋਂ ਸੁਝਾਅ ਲਏ ਗਏ ਨੇ। ਉਹ ਸੁਝਾਅ ਜਿਹੜੇ ਆ ਇਹਨਾਂ ਵੱਲੋਂ ਦਿੱਤੇ ਵੀ ਗਏ ਆ ਔਰ ਲਏ ਵੀ ਗਏ ਆ। ਬਾਬਾ ਸੁਖਜੀਤ ਸਿੰਘ ਜੀ, ਕੀ ਅਹਿਮ ਰਿਹਾ ਇਸ ਤੁਹਾਡੀ ਸਾਰੀ ਬੈਠਕ ਦੇ ਵਿੱਚ? ਸਭ ਤੋਂ ਵੱਡਾ ਅਹਿਮ ਰਿਹਾ ਵੀ ਸਾਰੀਆਂ ਜਥੇਬੰਦੀਆਂ ਆਈਆਂ, ਆਮ ਗੁਰੂ ਕਾ ਸਿੱਖ ਆਇਆ, ਸਾਰਿਆਂ ਦੇ ਅੰਦਰ ਦਰਦ ਆ, ਸਾਰੇ ਸੁਹਿਰਦਾ, 1-2 ਵੀਰਾਂ ਨੂੰ ਛੱਡ ਕੇ। ਕਿਉਂਕਿ ਜਦੋਂ ਆਪਾਂ ਪੰਜਾਬੀ ਆ, ਆਪਾਂ ਜਦੋਂ ਦਾਲ ਵਿੱਚ ਕੋਕੜੂ ਮੋਠ ਕਿਤੇ ਨਾ ਕਿਤੇ ਨਿਕਲ ਆਉਂਦਾ, ਪਰ ਕੋਈ ਗੱਲ ਨਹੀਂ, ਉਹਦੀ ਪਰਵਾਹ ਨਹੀਂ ਕਰਨੀ ਚਾਹੀਦੀ। ਪਰੰਤੂ ਇਹ ਸਾਰੀ ਡਿਸਕਸ਼ਨ 'ਚੋਂ, ਅੱਜ ਦੇ ਸਾਰੇ ਇਕੱਠ ਵਿੱਚੋਂ ਇਹ ਨਿਕਲਿਆ ਵੀ ਕੋਈ ਵੀ ਜਿਹੜਾ ਬੰਦਾ ਹੈਗਾ, ਕੋਈ ਵੀ ਵਿਅਕਤੀ ਹੈਗਾ, ਕੋਈ ਵੀ ਗੁਰਸਿੱਖ ਹੈਗਾ, ਉਹ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਵਾਸਤੇ ਤਤਪਰ ਆ ਤੇ ਉਹ ਇਹ ਵੀ ਨਹੀਂ ਚਾਹੁੰਦਾ ਕਿ ਇਹਨੂੰ ਲਟਕਾਇਆ ਜਾਵੇ। ਤੇ ਜਿਹੜੀ ਅੱਜ ਡਿਸਕਸ਼ਨ ਹੋਈ ਹੈ, ਇਹਦੇ ਤੇ ਬਹਿ ਕੇ ਵਿਚਾਰ ਹੋਊਗੀ। ਸ੍ਰੀ ਸਹਿਜ ਪਾਠ ਤੋਂ ਸਵੇਰੇ ਆਰੰਭ ਹੋ ਜਾਣਗੇ, ਉਹਦਾ ਭੋਗ ਜਿਹੜਾ ਹੈਗਾ 16 ਅਗਸਤ ਨੂੰ ਪਊਗਾ। ਅਵਤਾਰ ਸਿੰਘ ਸੰਧਵਾ ਆਏ ਆ, ਉਹਨਾਂ ਨੇ ਇੱਥੇ ਆ ਕੇ ਅਪੀਲ ਦਿੱਤੀ ਹੈ ਔਰ ਗੁਰੂ ਘਰ ਦਾ ਕੁੱਕਰ ਹੋਣ ਦੀ ਵੀ ਗੱਲ ਕੀਤੀ ਆ ਉਹਨਾਂ ਨੇ, ਤੇ ਸਰਕਾਰ ਤੋਂ ਵੀ ਇਨਸਾਫ ਦਵਾਇਆ ਸਿੱਖ ਸੰਗਤਾਂ ਨੂੰ ਵੀ ਸਰਕਾਰ ਇਨਸਾਫ ਦੇਵੇਗੀ, ਪਰ ਸਾਨੂੰ ਟਾਈਮ ਦਿਓ। ਇਸ ਨਜ਼ਰੀਏ ਨਾਲ ਦੇਖ ਲਿਓ ਉਹਨਾਂ ਸਪੀਚ। ਦੇਖੋ ਜੀ, ਜੇ ਅਸੀਂ ਗੁਰੂ ਕੇ ਸਿੱਖਾਂ ਤੇ 52 ਹੁਕਮਾਂ ਸਤਿਗੁਰ ਪਾਤਸ਼ਾਹ ਦੇ 52 ਹੁਕਮਾਂ ਵਿੱਚੋਂ ਇੱਕ ਹੁਕਮ ਆ ਵੀ ਗੁਰਸਿੱਖ ਤੇ ਇਤਵਾਰ ਕਰਨਾ, ਫਿਰ ਸਾਨੂੰ ਕਿਤੇ ਨਾ ਕਿਤੇ ਉਹ ਗੁਰਸਿੱਖ ਦੀ ਗੱਲ, ਮਤਲਬ ਜੇ ਸਰਕਾਰ ਵਿੱਚ ਕੋਈ ਚਲ ਗਿਆ ਤੇ ਉਹਦਾ ਗੁਰਸਿੱਖੀ, ਉਹਦੇ ਬੋਲ ਸਾਨੂੰ ਉਹ ਵੇਖਣਾ ਚਾਹੀਦਾ, ਖਲਲ ਨਹੀਂ ਸੀ ਪਾਉਣਾ ਚਾਹੀਦਾ। ਸਾਨੂੰ ਉਹਦੀ ਗੱਲ ਨੂੰ ਸੁਣਨਾ ਚਾਹੀਦਾ ਵਾ। ਸੁਣਨ ਤੋਂ ਬਾਅਦ ਆਪਣਾ ਜਿਹੜਾ ਵਿਚਾਰ ਆ ਉਹ ਪੇਸ਼ ਕਰਨੇ ਚਾਹੀਦੇ ਆ। ਬਹੁਤ ਚੰਗੀ ਗੱਲ ਆ ਵੀ ਉਹਨਾਂ ਨੇ ਕੂਕਰ ਵਾਲੇ ਸ਼ਬਦ, ਸਾਰੀ ਕੁਝ, ਇਹਨਾਂ ਸਾਰੀਆਂ ਗੱਲਾਂ ਤੋਂ, ਕਿਉਂਕਿ ਅਨੁਭਵ ਹੋ ਜਾਂਦਾ ਨਾ, ਇੱਥੋਂ ਲੱਗਦਾ ਵਾ ਕਿ ਚਾਹੁੰਦੇ ਆ। ਤੇ ਪਰ ਅਸੀਂ ਵੀ ਇੱਥੇ ਕੋਈ ਤੋਪ ਟੈਂਕ ਨਹੀਂ ਬੀੜ ਕੇ ਬੈਠੇ ਹੋਏ, ਅਸੀਂ ਵੀ ਗੁਰਬਾਣੀ ਨਾਲ ਮੋਰਚੇ ਨੂੰ ਜੋੜ ਲਿਆ ਹੋਇਆ। ਅਸੀਂ ਗੁਰਬਾਣੀ ਪੜ੍ਹਾਂਗੇ, ਪੰਜਾ ਸਾਹਿਬ ਵੀ ਗੁਰਬਾਣੀ ਪੜ੍ਹੀ ਗਈ ਆ, ਬੰਦ ਕਟਾਉਣ ਤੋਂ ਪਹਿਲਾਂ ਵੀ ਬਾਣੀ ਪੜ੍ਹੀ ਗਈ ਆ, ਆਰਿਆਂ ਦੇ ਨਾਲ ਜਦੋਂ ਸੀਸ ਚਰਾਏ ਗਏ ਆ ਪਹਿਲਾਂ ਬਾਣੀ ਪੜ੍ਹੀ ਗਈ ਆ। ਅਸੀਂ ਆਪਣੇ ਆਪ ਨੂੰ ਤਿਆਰ ਕਰਨ ਵਾਸਤੇ ਗੁਰਬਾਣੀ ਦੇ ਨਾਲ ਜੋੜ ਲਿਆ ਹੋਇਆ ਤੇ ਇਹ ਵਧੀਆ ਰਿਜ਼ਲਟ ਆਊਗਾ। ਹਾਂ ਬਿਲਕੁਲ, ਕਿਤੇ ਨਾ ਕਿਤੇ ਸਪੀਚ ਜਦੋਂ ਵੀ ਸੰਧਵਾ ਸਾਹਿਬ ਨੇ ਦਿੱਤੀ ਹੈ, ਕਹਿੰਦੇ ਵੀ ਅਸੀਂ ਵੀ ਤੁਹਾਡੀ ਸੋਚ ਵਾਲੇ ਹਾਂ, ਪਰ ਕੋਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਸਾਹਮਣੇ ਮਾਈਕ ਦੇ ਮੀਡੀਆ ਦੇ ਸਾਹਮਣੇ ਅਸੀਂ ਨਹੀਂ ਕਹਿ ਸਕਦੇ, ਅਸੀਂ ਵੀ ਬੇਵੱਸ ਹਾਂ। ਬੇਵੱਸ ਜਿਹੜਾ ਲਫ਼ਜ਼ ਹੈ ਇਹ ਕਿਤੇ ਨਾ ਕਿਤੇ ਕੁਝ ਹੈ ਆ ਪਿੱਛੇ, ਇਹਦੇ ਕੀ ਸਮਝਦੇ? ਦੇਖੋ, ਮੈਂ ਕਲੀਅਰ ਕਰ ਦਿੰਦਾ ਜੀ ਇਸ ਗੱਲ ਨੂੰ ਥੋੜ੍ਹੀ ਜੀ। ਜਿਹੜਾ ਸਾਡਾ ਦੁਸ਼ਮਣ ਆ, ਛਾਤਰ ਵੀ ਆ, ਜਾਬਰ ਵੀ ਆ। ਅੱਜ ਕੋਈ ਸਟੇਜ ਤੋਂ ਅਨਾਊਂਸ ਹੁੰਦਾ ਵਾ ਤੇ ਉਹਦੇ ਵਾਸਤੇ ਚੋਰ ਮੋਰੀਆਂ ਬਣਦੀਆਂ ਹੁੰਦੀਆਂ। ਕਈ ਗੱਲਾਂ ਨੇ, ਕਈ ਗੱਲਾਂ ਜਿਹੜੀਆਂ ਪਬਲਿਕਲੀ ਨਹੀਂ ਕੀਤੀਆਂ ਜਾ ਸਕਦੀਆਂ। ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ, ਕੀ ਹੋਵੇ ਉਹ ਦੱਸ ਸਕਦੇ ਆ।
ਪਰ ਕੁਝ ਲੋਕਾਂ ਦਾ ਮਨਸ਼ਾ ਇਹ ਆ ਵੀ ਉਹ ਆਪਣੇ ਬੰਦਿਆਂ ਨੂੰ ਇੱਥੇ ਭੇਜ ਦਿੰਦੇ ਆ। ਉਹ ਚਾਹੁੰਦੇ ਆ ਵੀ 24 ਤੱਕ ਜਾਂ 27 ਤੱਕ ਹੱਲ ਨਾ ਹੋਵੇ। ਕਾਂਗਰਸ ਚਾਹੁੰਦੀ ਆ ਵੀ ਆਮ ਆਦਮੀ ਚੰਗੀ ਨਾ ਬਣ ਜਾਏ। ਅਕਾਲੀ ਦਲ ਬਾਦਲ ਚਾਹੁੰਦਾ ਵੀ ਮੈਂ ਤੇ ਧੱਪਾ ਲੱਗਾ ਹੋਇਆ ਬਾਦਲ ਵੀ ਸਾਡਾ ਨਾਂ ਨਾ ਕਿਤੇ ਆ ਜਾਏ। ਠੀਕ ਆ, ਕੁਝ ਹੋਰ ਵੀਰ ਹੈਗੇ ਆ ਉਹ ਚਾਹੁੰਦੇ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਜਿਉਂ ਦੀ ਤਿਉਂ ਰਹੇ, ਪਰ ਜੇ ਕਿਤੇ ਹੱਲ ਹੋ ਗਿਆ ਸਾਡੀ ਜਿਹੜੀ ਸਿਆਸੀ ਸਾਖ ਆ ਉਹ ਖਰਾਬ ਹੋ ਜਾਣੀ ਆ। ਇਹ ਹੁਣ ਆਮ ਆਦਮੀ ਪਾਰਟੀ ਵੇਖੇ ਵੀ ਉਹਨਾਂ ਦੇ ਮਨਸੂਬੇ ਉਹਨਾਂ ਨੇ ਕਾਮਯਾਬ ਹੋਣ ਦੇਣੇ ਆ ਜਾਂ ਨਹੀਂ। ਬਿਲਕੁਲ ਬਦਕਿਸਮਤੀ ਇਹ ਆ ਵੀ ਸਾਰੇ ਹੀ ਸਿੱਖ ਨੇ, ਜਿਹੜੀ ਗੱਲ ਭਾਈ ਸੁਖਜੀਤ ਸਿੰਘ ਖੋਸਾ ਹੋਣਾ ਜੀ ਨੇ ਸਪਸ਼ਟ ਰੂਪ ਵਿੱਚ ਕਹੀ ਹੈ। ਹੁਣ 15 ਦਿਨਾਂ ਵਾਸਤੇ ਕਿਹੜੀ ਤਰੀਕ ਜਿਹੜੀ ਆ ਉਹ ਸੰਗਤ ਨੂੰ ਦਿੱਤੀ ਗਈ ਹੈ ਜਿਸ ਦਿਨ ਸਮਾਗਮ ਰੱਖਿਆ ਜਾਣਾ ਹੈ। 15 ਦਿਨਾਂ ਤੋਂ ਬਾਅਦ ਦੇ ਵਿੱਚ ਦੁਬਾਰਾ ਤੋਂ ਫਿਰ ਸਹਿਜ ਪਾਠ ਆਰੰਭ ਹੋਣਗੇ। ਕੀ ਸਰਕਾਰ ਦੇ ਨਾਲ ਤੁਸੀਂ ਰਾਬਤਾ ਕਾਇਮ ਕਰੋਗੇ, ਇੱਥੋਂ ਦੇ ਨੁਮਾਇੰਦੇ ਕਰਨਗੇ ਭਾਈ ਸੁਖਰਾਜ ਸੋਹਣੀ, ਜਾਂ ਸਰਕਾਰ ਮੀਡੀਆ ਦੇ ਜ਼ਰੀਏ ਜੇ ਅਪੀਲ ਕੀਤੀ ਗਈ ਹੈ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੀ ਆ ਸਕਦੀ, ਜਾਂ ਸਰਕਾਰ ਆਪ ਆਏਗੀ ਆਪ ਮੁਹਾਰੇ ਅੱਜ ਤੱਕ ਆਉਂਦੀ ਰਹੀ ਹੈ? ਦੇਖੋ 15 ਦਿਨ ਨਾ ਉਦਣ ਵੀ ਮਨਾ ਹੋਇਆ ਸੀ, ਤੁਸੀਂ ਕਰਿਆ ਸੀ ਸਾਰਾ ਇੱਥੇ ਉਹ ਸੰਗਤ ਤੇ ਛੱਡਿਆ ਸੀ, ਅੱਜ ਵੀ ਸੰਗਤ ਤੇ ਛੱਡਿਆ, ਨੱਠ ਕੇ ਵਿਚਾਰ ਸੁਣੇ ਗਏ ਆ, ਬਾਅਦ 'ਚ ਗੁਰਮਤਾ ਹੋਇਆ, ਸਾਰੀ ਗੱਲ ਹੋ ਗਈ। ਉਦੋਂ ਬਾਅਦ ਜਾਣੀ ਹੁਣ ਅਗਲੀ 15 ਦਿਨ ਦੀ ਗੱਲ ਆ, ਭੋਗ ਪਾਇਆ ਜਾਊਗਾ, ਫੇਰ ਇਕੱਠੇ ਹੋਵਾਂਗੇ। ਕਿਉਂਕਿ ਮੋਰਚੇ ਜਿਹੜੇ ਆ ਇਹਨਾਂ ਦਾ ਕੋਈ ਟਾਈਮ ਬਾਉਂਡ ਨਹੀਂ ਹੁੰਦਾ ਵੀ ਕਿੰਨਾ ਟਾਈਮ ਚੱਲਣੇ ਨੇ। ਮੋਰਚੇ ਲੰਮੇ ਚੱਲਦੇ ਹੁੰਦੇ ਆ, ਮੋਰਚੇ ਸ਼ਹਾਦਤਾਂ ਤੇ ਵੀ ਖਤਮ ਹੋ ਜਾਂਦੇ ਆ ਤੇ ਮੋਰਚੇ ਸਰੋਪੇ ਤੇ ਵੀ ਖਤਮ ਹੁੰਦੇ ਆ। ਇਹ ਭਵਿੱਖ ਚੋਂ ਮੋਰਚੇ ਨੇ ਹੀ ਡਿਸਾਈਡ ਕਰੀ ਜਾਣਾ ਹੁੰਦਾ। ਪਰ ਅਫਸੋਸ ਆ ਮੈਨੂੰ ਵੀ ਉਹ ਚਾਹੁੰਦੇ ਕੋਈ ਲੋਕ ਮੇਰੇ ਵਰਗੇ, ਮੈਂ ਚਾਹੁੰਦਾ ਜਿਵੇਂ ਵੀ ਭਾਈ ਮੈਨੇਜਰ ਸਾਹਿਬ ਮੇਰੇ ਨਾਲ ਸਾਬਤ ਸੂਰਤ ਖੜੇ ਆ, ਪਰ ਜਿੱਤ ਇਹਨਾਂ ਨੂੰ ਨਾ ਮਿਲੇ, ਜਿੱਤ ਖੋਸੇ ਨੂੰ ਮਿਲੇ। ਇਹ ਵੀ ਕਿਤੇ ਇੱਗੋ ਖਾਟ ਹੁੰਦੀ ਆ। ਹਾਂ ਬਸ ਇਹ ਜਿਹੜੀ ਕ੍ਰੈਡਿਟ ਵਾਰ ਆ ਉਹ ਕਿਤੇ ਨਾ ਕਿਤੇ ਨੁਕਸਾਨ ਕਰਦੀ ਆ। ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰੇ, ਉਹਦਾ ਵੀ ਬੰਨ ਨੂੰ ਬੰਨ ਲਾਂਗੇ, ਸਾਰੀ ਗੱਲ ਠੀਕ ਹੋ ਜਾਏਗੀ। ਗੁਰੂ ਕਿਰਪਾ ਕਰੂਗਾ, ਚੜ੍ਹਦੀ ਕਲਾ ਹੋਊਗੀ। ਜਿਹੜੇ ਸੁਹਿਰਦ ਹਿਰਦੇ ਨਾਲ ਲੋਕ ਚੱਲਦੇ ਹੁੰਦੇ ਆ, ਮਹਾਰਾਜ ਉਹਨਾਂ ਦੀ ਸਫਲਤਾ ਝੋਲੀ 'ਚ ਪਾਉਂਦੇ ਆ। ਅੱਜ ਦੋ ਬਜ਼ੁਰਗਾਂ ਨੂੰ ਵੀ ਤੁਸੀਂ ਖੜੇ ਹੋਇਆਂ ਵੇਖਿਆ, ਬਹੁਤ ਕੁਝ ਇੱਥੇ ਹੋ ਗਿਆ, ਬੜਾ ਕੁਝ ਹੋਇਆ, ਬਹੁਤ ਕੁਝ ਕਿਹਾ ਗਿਆ ਤੇ ਬਹੁਤ ਕੁਝ ਸੁਣਿਆ ਗਿਆ। ਗੱਲ ਉੱਤੇ ਅਮਲ ਕਰਨ ਦੀ ਲੋੜ ਆ। ਹਾਂ ਬਿਲਕੁਲ ਜੀ, ਗੱਲ ਖੋਸਾ ਸਾਹਿਬ ਜੀ ਨੇ ਕ੍ਰੈਡਿਟ ਦੀ ਕੀਤੀ ਆ, ਨਾਲ ਖੜੇ ਨੇ ਮੈਨੇਜਰ ਸਾਹਿਬ ਨੇ ਤਖਤੂਪੁਰਾ ਸਾਹਿਬ ਤੋਂ। ਮੈਂ ਇਹੀ ਗੱਲ ਤੁਸੀਂ ਸਟੇਜ ਦੇ ਉੱਪਰੋਂ ਕਹੀ ਹੈ ਵੀ ਜਿੰਨਾ ਚਿਰ ਸਾਡੀ ਏਕਤਾ ਨਹੀਂ ਹੁੰਦੀ, ਜਿੰਨਾ ਚਿਰ ਸਾਡੀ ਇਕੱਤਰਤਾ ਨਹੀਂ ਹੁੰਦੀ, ਉਹਨਾਂ ਚਿਰ ਸਾਨੂੰ ਜਿੱਤ ਨਹੀਂ ਹੋ ਸਕਦੀ। ਬਿਲਕੁਲ ਨਹੀਂ ਹੋ ਸਕਦੀ ਜੀ। ਬਸ ਬਚਪਨ 'ਚ ਇੱਕ ਕਹਾਣੀ ਨਹੀਂ ਪੜ੍ਹਦੇ ਰਹੇ, ਕੱਲੀ ਕੱਲੀ ਲੱਕੜੀ ਤੋੜੋ ਟੁੱਟ ਜਾਂਦੀ ਆ, ਲੱਕੜੀਆਂ ਦਾ ਗੁੱਠਾ ਬਣਾਉ ਨਹੀਂ ਟੁੱਟਦਾ। ਇੱਕ ਹੀ ਜੀ ਸਾਰਾ ਕੁਝ। ਬਾਕੀ ਖੋਸਾ ਸਾਹਿਬ ਨੇ ਜੋ ਕੁਝ ਕਿਹਾ ਮੈਂ ਤਾਇਦ ਕਰਦਾ ਉਹਦੀ, ਵਾਰੀ ਆਪਾਂ ਕਾਹਨੂੰ ਬੋਲਣਾ ਉਹ ਗੱਲਾਂ। ਬਿਲਕੁਲ ਬਲਕਿ ਇਹ ਤਾਂ ਆਪਾਂ ਸੋਚ ਸਕਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਹੁਣ ਲਾਮਬੰਦੀ ਕੀਤੀ ਗਈ ਹੈ, ਸਮਾਗਮ ਰੱਖਣ ਦੀ ਗੱਲ ਕੀਤੀ ਗਈ ਹੈ, ਪਿੰਡਾਂ ਦੇ ਵਿੱਚ ਜਿਹੜੀਆਂ ਆ ਉਹ ਕਮੇਟੀਆਂ ਬਣਾ ਕੇ ਔਰ ਲੋਕਾਂ ਨੂੰ ਸੁਚੇਤ ਕਰਨ ਦੀ ਗੱਲ ਕੀਤੀ ਗਈ ਹੈ, ਕਿ ਸਾਨੂੰ ਇਸ ਦਾ ਇਨਸਾਫ ਮਿਲ ਜਾਏਗਾ? ਜੇ ਗੱਲ ਕਰੀਏ 84 ਤੋਂ ਲੈ ਕੇ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਅੱਜ ਵੀ ਸਾਡੇ ਸਿੱਖ ਭਰਾ ਉਹ ਅੰਨਾ ਤਸ਼ੱਦਦ ਕਰਨ ਵਾਲੀ ਸਰਕਾਰ ਤੇ ਅੰਨਾ ਤਸ਼ੱਦਦ ਕਰਨ ਵਾਲੇ ਅੱਜ ਵੀ ਜਿਉਂਦੇ ਨੇ, ਉਹਨਾਂ ਦੇ ਕੇਸ ਕੋਰਟਾਂ 'ਚ ਚੱਲਦੇ ਆ। ਅੱਜ ਵੀ ਸਿੱਖ ਪਰਿਵਾਰ ਕੋਰਟਾਂ ਦੇ ਵਿੱਚ ਨੇ। ਕਿ 7 ਸਾਲ ਹੋ ਗਏ ਨੇ ਇਹ ਸਾਰਾ ਕਾਂਡ ਹੋਏ ਨੂੰ, ਇਨਸਾਫ ਇਹਦਾ ਮਿਲੇਗਾ ਜਾਂ ਉਸੇ ਤਰੀਕੇ ਦੇ ਨਾਲ ਇਹ ਵੀ ਉਸੇ ਤਰੀਕੇ ਦੇ ਨਾਲ ਲੰਕਿਆ? ਆਪਾਂ ਤਾਂ ਆਸ ਇਸੇ ਗੱਲ 'ਚ ਹੀ ਰੱਖਦੇ ਹਾਂ, ਕਿਉਂਕਿ ਸਰਕਾਰ ਮੌਕੇ ਦੀ ਆਪਾਂ ਨੂੰ ਅੱਤਵਾਦੀ ਘੋਸ਼ਿਤ ਕਰਦੀ ਆ ਹਰ ਵਾਰੀ ਵੀ ਅੱਤਵਾਦੀਆਂ ਦਾ ਇਕੱਠ ਆ ਜੀ, ਇਹ ਆਏ ਆ ਜੀ, ਉਹ ਆ ਜੀ। ਪਰ ਇਹ ਸਭ ਨੂੰ ਪਤਾ, ਤੁਸੀਂ ਹਰ ਵਾਰੀ ਇੱਥੇ ਹੀ ਆਉਣੇ ਹੋ ਵੀ ਇੱਥੇ ਕਿਹੜੇ ਟੈਂਕ ਬੀੜੇ ਆ ਜਾਂ ਕੁਛ ਹੋਰ। ਪਰ ਜਿੰਨੇ ਇੱਥੇ ਸਿੰਘ ਆਇਆ, ਮੈਂ ਪਹਿਲਾਂ ਵੀ ਸੁਨੇਹਾ ਦਿੰਦਾ ਹਟਾ, ਮੈਂ ਹੁਣ ਵੀ ਦਿੰਦਾ ਵੀ ਇਹ ਚੀਜ਼ ਨੂੰ ਖੁੰਡ ਚਰਚਾ ਬਣਾਓ ਪਿੰਡਾਂ 'ਚ। ਖੁੰਡਾਂ ਤੇ ਇਹ ਚਰਚਾ ਹੋਵੇ ਵੀ ਅਸੀਂ ਉੱਥੇ ਜਾਣਾ ਹੀ ਜਾਣਾ ਹੈ, ਭਾਵੇਂ 5 ਜਾਣੇ ਜਾਓ ਪਿੰਡ 'ਚੋਂ, ਭਾਵੇਂ 10 ਜਾਓ, ਪਰ ਡੇਲੀ ਆਓ, ਪਤਾ ਲੱਗੇ ਸਾਨੂੰ ਵੀ ਇੱਥੇ ਹਾਂ ਸਾਡੀ ਸੰਗਤ ਜੁੜ ਰਹੀ ਆ। ਸੰਗਤ ਨਾਲ ਸੁਖਰਾਜ ਨੂੰ ਵੀ એનર્ਜੀ ਮਿਲਦੀ ਆ ਤੇ ਸੰਗਤ ਤੋਂ એનર્ਜੀ ਲੈ ਕੇ ਸੁਖਰਾਜ ਅੱਜ ਤੱਕ ਜਿਉਂਦਾ ਹੈ। ਮੋਰਚਾ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ। ਬਿਲਕੁਲ ਚੱਲੂਗਾ ਜੀ, ਬਿਲਕੁਲ ਚੱਲੂਗਾ, ਕਿਉਂ ਨਾ ਚੱਲੂਗਾ। ਪਿਛਲੇ 6 ਮਹੀਨਿਆਂ ਤੋਂ ਚੱਲੀ ਜਾ ਰਿਹਾ, ਹੁਣ ਵੀ ਚੱਲੂਗਾ। ਹੁਣ ਪਿੱਛੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਦੋਸ਼ੀ ਵੀ ਪਾਏ ਗਏ, ਸਭ ਕੁਝ ਗੁਰਸੇਵਕ ਫੌਜੀ ਨੂੰ ਆ ਕੇ ਸਾਰਾ ਕੁਝ ਉਹਨਾਂ ਨੇ ਕੀਤਾ ਵੀ। ਕੱਲ ਬੇਸ਼ੱਕ ਪੁਲਿਸ ਨੇ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਕੀ ਕਹਿਣਾ ਤੁਹਾਡਾ? ਇੱਕ ਪਾਸੇ ਦੋਸ਼ੀ ਪਾਏ ਗਏ, ਦੋਸ਼ੀ ਹੋਣ ਦੇ ਬਾਵਜੂਦ ਵੀ ਫਿਰ ਵੀ ਆ ਕੇ ਉਸ ਹਰਕਤਾਂ ਤੋਂ ਬਾਅਦ ਨਹੀਂ ਆਉਂਦੇ। ਗੱਲ ਇਹ ਆ ਜੀ, ਦੋਵੇਂ ਗੱਲਾਂ ਹੀ ਆ। ਹੁਣ ਗੁਰਸੇਵਕ ਸਿੰਘ ਫੌਜੀ ਪੱਠੇ ਵੱਢਣ ਗਏ ਆ, ਪੱਠੇ ਕਾਹਦੇ ਨਾਲ ਵੱਢੇ ਜਾਂਦੇ ਆ? ਦਾਤੀ ਨਾਲ। ਹੁਣ ਜੇ ਉਹੀ ਦਾਤੀ ਉਹ ਉਹਦੇ ਗਲ ਤੇ ਮਾਰਦਾ, ਫਿਰ ਤੁਸੀਂ ਕਹਿਣਾ ਸੀ ਵੀ ਇਹ ਤਾਂ ਜੀ ਕਤਲੇਆਮ ਕਰਦੇ ਆ, ਤਾਂ ਐਂ ਕਰਦੇ ਆ। ਪਰ ਉਹ ਬੰਦੇ ਨੇ ਸਬਰ ਕੀਤਾ, ਗੁਰਸੇਵਕ ਫੌਜੀ ਨੇ ਆਪਦੇ ਅੰਦਰੋਂ ਅੰਦਰ ਹੀ ਉਹ ਘੁੱਟਿਆ ਵਾਟੀ ਗੱਲ ਨੂੰ ਪੀ ਗਿਆ, ਉਹਨੇ ਆ ਕੇ ਕੌਮ ਨੂੰ ਦੱਸਤੀ। ਹੁਣ ਵੇਖਿਆ ਕੌਮ ਕੀ ਕਰਦੀ ਹੈ। ਬਿਲਕੁਲ ਇਹ ਜ਼ਰੂਰੀ ਆ ਗੱਲ। ਬਿਲਕੁਲ ਜੀ, ਬਹੁਤ ਅਹਿਮ ਸਵਾਲ ਹੈ। ਧੰਨਵਾਦ ਜੀ ਮੈਨੇਜਰ ਸਾਹਿਬ ਜੀ। ਜੇ ਤੁਸੀਂ ਜਾਣਾ ਹੋਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਾਡੀ ਭਾਈ ਗੁਰਭਾਗ ਸਿੰਘ ਜੀ ਮਰੂੜ ਵੀ ਨੇ ਇੱਥੇ, ਹੋਰ ਪੰਥਕ ਸ਼ਖਸੀਅਤਾਂ ਸਾਰੀਆਂ ਨੇ। ਅੱਜ ਦੀ ਜੋ ਵੀ ਇਕੱਤਰਤਾ ਹੋਈ ਹੈ, ਮਰੂੜ ਸਾਹਿਬ ਜੀ ਇਸ ਪਾਸੇ ਆ ਜਾਈਏ, ਥੋੜਾ ਜਿਹਾ ਟੈਂਟ ਲਾ ਰਹੇ ਨੇ।
ਅੱਜ ਦੀ ਇਕੱਤਰਤਾ ਨੂੰ ਕਿਸ ਨਜ਼ਰੀਏ ਦੇ ਨਾਲ ਤੁਸੀਂ ਦੇਖਦੇ ਹੋ? ਆਉਣ ਵਾਲੇ ਦਿਨਾਂ ਦੇ ਅੰਦਰ ਕਿੰਨੀ ਕੁ ਸਫਲਤਾ ਮਿਲਣ ਵਾਲੀ ਹੈ? ਸਰਕਾਰ ਜਿਹੜੀ ਹੈ ਉਹ ਵਿਛੀ ਪਈ ਹੈ। ਜਦੋਂ ਵੀ ਇਕੱਤਰਤਾ ਇੱਥੇ ਬਾਈਬਲ ਅੱਡੇ ਦੇ ਵਿੱਚ ਰੱਖੀ ਜਾਂਦੀ ਹੈ, ਸਰਕਾਰ ਆਪ ਮੁਹਾਰੇ ਚੱਲ ਕੇ ਆਉਂਦੀ ਹੈ। ਸਰਕਾਰ ਦਾ ਫਰਜ਼ ਬਣਦਾ ਹੈ ਵੀ ਆਉਣਾ। ਬਾਕੀ ਜਿਹੜੀ ਅਸਲੀ ਗੱਲ ਇਹ ਆ, ਤੁਸੀਂ ਗੱਲ ਕੀਤੀ ਸਰਕਾਰ ਕਿੰਨੀ ਝੁਕੀ ਆ, ਸਰਕਾਰ ਦਾ ਝੁਕਣ ਵਾਲੇ ਲੱਛਣ ਤਾਂ ਲੱਗ ਨਹੀਂ ਰਹੇ। ਕਿਉਂਕਿ ਕਾਰਨ ਇਹਦੇ ਵਿੱਚ ਦੋ ਤਿੰਨ ਨੇ। ਚਲੋ ਜੇ ਸਰਕਾਰ ਦੇ ਨੀਤ ਸਾਫ਼ ਆ, ਸਾਫ਼ ਨੀਤ ਨਾਲ ਕਰਦੀ ਆ ਤੇ ਟਾਈਮ ਮੰਗਦੀ ਆ, ਸਾਨੂੰ ਕੋਈ ਇਤਰਾਜ਼ ਨਹੀਂ। ਸਾਡਾ ਇੱਕੋ ਹੀ ਗੱਲ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋਸ਼ੀ ਨੇ ਜਿਹੜੇ, ਉਹਨਾਂ ਨੂੰ ਸਜ਼ਾ ਹਰ ਹਾਲਤ ਮਿਲਣੀ ਚਾਹੀਦੀ ਆ। ਪਰ ਜੇ ਸਰਕਾਰ ਇਹ ਸੋਚੇ ਕਿ ਅਸੀਂ ਇਹਨਾਂ ਨੂੰ ਲਾਰੇ ਲਾ ਕੇ, ਇਹਨਾਂ ਨੂੰ ਥੋੜਾ ਬਹੁਤਾ ਟਾਈਮ ਲਮਕਾ ਕੇ ਜਾਂ ਟਾਈਮ ਖਰਾਬ ਕਰਨ ਤੋਂ ਬਾਅਦ ਫਿਰ ਦੂਜੀਆਂ ਸਰਕਾਰਾਂ ਵਾਂਗੂ 5 ਸਾਲ ਪੂਰੇ ਕਰ ਜਾਾਂਗੇ, 5 ਸਾਲ ਤਾਂ ਪੂਰੇ ਹੋ ਜਾਣਗੇ ਮਖੂ ਸਾਹਿਬ, ਪਰ ਯਾਦ ਰੱਖਣ 5 ਸਾਲਾਂ ਤੋਂ ਬਾਅਦ ਮੌਕਾ ਨਹੀਂ ਮਿਲੂਗਾ ਇਹਨਾਂ ਨੂੰ ਕਦੇ ਵੀ। ਇਸ ਕਰਕੇ ਸਰਕਾਰ ਇਹ ਸੋਚੇ ਨਾ, ਕਿਉਂਕਿ ਅਸੀਂ ਜਿੱਥੇ ਉੱਥੇ ਲੜਦੇ ਬਟਨ ਦੇ ਨਾਲ ਲੜਾਈ ਤਾਂ ਬਹੁਤ ਸੌਖੀ ਹੈ, ਉਹ ਲੜਾਈ ਤਾਂ ਅਸੀਂ ਲੜ ਹੀ ਲੈਣੀ ਹੈ। ਐਕਤੀ ਲੜੀ ਆ ਤੇ ਉਹਨਾਂ ਲੋਕਾਂ ਦੀਆਂ ਜਵਾਨ ਤਾਂ ਜ਼ਬਤ ਹੋ ਗਈਆਂ ਜਿਨ੍ਹਾਂ ਨੇ 30 35 ਸਾਲ ਰਾਜ ਕੀਤਾ। ਇਹ ਕਾਰਨ ਸੀ ਕਿ ਜਦੋਂ ਅਸੀਂ ਬਟਨ ਨੱਪਦੇ ਸੀ, ਸਾਨੂੰ ਬਗਰਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਖਿਲਰੇ ਅੰਗ ਦਿਸਦੇ ਸੀ, ਉਤੋਂ ਇਹਨਾਂ ਦਾ ਹਰਨਾਕਸ਼ਪੁਣਾ ਦਿਸਦਾ ਸੀ ਕਿ ਇਹਨਾਂ ਨੇ ਸਾਨੂੰ ਕਿਵੇਂ ਜਲੀਲ ਕੀਤਾ, ਕਿਵੇਂ ਸਾਨੂੰ ਕੁੱਟਿਆ, ਕਿਵੇਂ ਸਾਡੇ ਨੌਜਵਾਨ ਸ਼ਹੀਦ ਕੀਤੇ। ਜਿੰਨਾ ਚਿਰ ਇਹਨਾਂ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਨਹੀਂ ਕੀਤਾ ਜਾਂਦਾ, ਇਹਨਾਂ ਨੂੰ ਸਖਤ ਸਜ਼ਾ ਨਹੀਂ ਮਿਲਦੀ, ਉਹਨਾਂ ਸਮਾਂ ਚਾਹੇ ਸਾਨੂੰ ਹੋਰ ਵੀ ਕੁਰਬਾਨੀਆਂ ਕਰਨੀਆਂ ਪੈਣ, ਚਾਹੇ ਸਾਨੂੰ ਹੋਰ ਵੀ ਸ਼ਹੀਦੀ ਦੇਣੀ ਪੈ ਜੇ, ਅਸੀਂ ਇਸ ਗੱਲ ਤੋਂ ਪਿੱਛੇ ਨਹੀਂ ਹਟਦੇ। ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਦਾ ਸਮਾਂ ਲੱਗਦਾ, ਪਰ ਇਸ ਗੱਲ ਨਾਲ ਸਹਿਮਤ ਨਹੀਂ ਕਿ ਸਰਕਾਰ ਸਾਡੀ ਖੋਟੀ ਨੀਤ ਦੇ ਨਾਲ ਸਾਨੂੰ ਗੁੰਮਰਾਹ ਕਰੇ। 15 ਦਿਨ ਦਾ ਪ੍ਰੋਗਰਾਮ ਰੱਖਿਆ ਵੀ 15 ਦਿਨਾਂ ਤੋਂ ਬਾਅਦ ਦੇ ਵਿੱਚ ਫੇਰ ਇਕੱਤਰਤਾ ਹੋਏਗੀ, ਪਿੰਡਾਂ ਵਿੱਚ ਲਾਮਬੰਦੀਆਂ ਹੋਣਗੀਆਂ। ਕੀ ਲੱਗਦਾ ਵੀ ਇਸ ਤੋਂ ਵੱਧ ਕੇ ਇਕੱਠ ਹੋਏਗਾ? ਸੰਗਤਾਂ ਦੇ ਅੰਦਰ ਦਰਦ ਹੈ, ਇਨਸਾਫ ਲੈਣ ਵਾਸਤੇ ਬਹੁਤ ਵੱਡਾ ਇਕੱਠ ਹੋਇਆ, ਇਕੱਠ ਇਸ ਤੋਂ ਵਧੇਗਾ ਜਾਂ ਸਿੱਖਾਂ ਦੇ ਮਨਾਂ ਦੇ ਅੰਦਰ ਕੋਈ ਐਵੇਂ ਦਾ ਵੀ ਕੋਈ ਭਰਮ ਆ ਸਕਦਾ ਵੀ ਉੱਥੇ ਜਾ ਕਰਕੇ ਸਰਕਾਰ ਨੇ ਟਾਈਮ ਹੀ ਮੰਗਣਾ? ਕੋਈ ਇਸ ਤਰ੍ਹਾਂ ਦਾ ਵੀ ਕੋਈ ਹੈ ਆ? ਨਹੀਂ, ਗੱਲ ਇਹ ਆ ਵੀ ਹਰ ਸੰਘਰਸ਼ ਪ੍ਰਚਾਰ ਦੇ ਨਾਲ ਚੱਲਦਾ ਜੀ। ਮਖੂ ਸਾਹਿਬ ਜਦੋਂ ਪ੍ਰਚਾਰ ਹੋਊਗਾ ਤੇ ਸੰਘਰਸ਼ ਚੱਲੂਗਾ ਜੀ। ਇਸ ਕਰਕੇ ਹੁਣ ਸਾਡੇ ਕੋਲੇ ਇੱਕ ਗੱਲ ਹੈਗੀ ਕਿ ਅਸੀਂ ਪ੍ਰਚਾਰ ਕਰਾਂਗੇ। ਸਰਕਾਰ ਇਸ ਮੁੱਦੇ ਤੱਕ ਪਹੁੰਚੀ ਆ, ਸਰਕਾਰ ਨੇ ਇੰਨਾ ਹੱਲ ਕਰਤਾ, ਇਦੋਂ ਅੱਗੇ ਹੱਲ ਨਹੀਂ ਕਰ ਰਹੀ। ਸਰਕਾਰ ਨੂੰ ਦਬਾਉਣ ਵਾਸਤੇ ਸਾਨੂੰ ਇਕੱਠੇ ਹੋਣਾ ਪਵੇਗਾ, ਸਾਨੂੰ ਇਕੱਠ ਕਰਨਾ ਪਵੇਗਾ, ਸਾਨੂੰ ਧਰਨਾ ਵੱਡਾ ਕਰਨਾ ਪਵੇਗਾ, ਸਾਨੂੰ ਲੋਕਾਂ 'ਚ ਪ੍ਰਚਾਰ ਕਰਨਾ ਪਵੇਗਾ। ਹੁਣ ਸਰਕਾਰ ਦੀ ਮਰਜ਼ੀ ਹੈ, ਸਰਕਾਰ ਨੇ ਆਪਦੇ ਵਿਰੁੱਧ ਪ੍ਰਚਾਰ ਕਰਾਉਣਾ ਜਾਂ ਦੋਸ਼ੀ ਫੜਨੇ ਆ। ਅਸੀਂ ਤਾਂ ਠੋਕ ਕੇ ਹਿੱਕ ਵਜਾ ਕੇ ਕਵਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੋਸ਼ੀ ਨਹੀਂ ਫੜਦੀ, ਤਾਂ ਇਹ ਸਰਕਾਰ ਵੀ ਉਹਨਾਂ ਨਾਲ ਕਿਤੇ ਨਾ ਕਿਤੇ ਜਾ ਕੇ ਰਲੀ ਆ, ਤਾਂ ਸਾਨੂੰ ਗੁੰਮਰਾਹ ਕਰਦੀ ਆ। ਇਹਨੂੰ ਵੱਡਾ ਕਰਨ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ, ਪ੍ਰਚਾਰ ਕਰਾਂਗੇ, ਨੌਜਵਾਨਾਂ ਨੂੰ ਦੱਸਾਂਗੇ ਵੀ ਇਸ ਸਰਕਾਰ ਦੀ ਨੀਤ ਖੋਟੀ ਆ। ਹਜੇ ਸਰਕਾਰ ਬਣੀ ਨੂੰ ਕਰੀਬ 4 ਮਹੀਨੇ ਹੋਏ ਆ, ਲੋਕਾਂ ਦੇ ਅੰਦਰ ਕਿਤੇ ਨਾ ਕਿਤੇ ਸਰਕਾਰ ਤੇ ਆਸ ਸੀ, ਤੇ ਮੰਨ ਲਓ ਕੋਈ 10-20% ਹੁਣ ਵੀ ਹੋਵੇਗੀ। ਇਸ ਕਰਕੇ ਵੀ ਸਰਕਾਰ ਤੇ ਆਸ ਕਰਕੇ ਲੋਕੀ ਜਿਹੜੇ ਹਜੇ ਘੱਟ ਆਏ ਸੀ, ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਤੇਰੇ ਮਨ 'ਚ ਕੋਈ ਭੁਲੇਖਾ ਹੈ, ਉਹ ਭੁਲੇਖਾ ਕੱਢ ਦੇਵਾਂਗੇ। ਇਨਸਾਫ ਤੈਨੂੰ ਦੇਣਾ ਪੈਣਾ, ਦੋਸ਼ੀ ਤੈਨੂੰ ਫੜਨੇ ਪੈਣੇ ਆ। ਚਾਹੇ ਤੂੰ ਅੱਜ ਦੋਸ਼ੀ ਫੜ ਲਾ ਤੇ ਚਾਹੇ ਲਾਹਣਤਾ ਪਵਾ ਕੇ ਫੜ ਲਾ। ਜਿੰਨਾ ਲੰਮਾ ਸਮਾਂ ਸਰਕਾਰ ਇਸ ਮੋਰਚੇ ਨੂੰ ਲਾ ਰਹੀ ਆ, ਦੋਸ਼ੀਆਂ ਨੂੰ ਛਡਾਉਣ ਵਾਸਤੇ ਉਹਨਾਂ ਦੀ ਹਿਫਾਜ਼ਤ ਕਰੂਗੀ, ਜਾਂ ਮੰਨ ਲਓ ਕਿ ਉਹਨਾਂ ਨੂੰ ਲੰਮਾ ਸਮਾਂ ਨਹੀਂ ਫੜਦੀ ਸਰਕਾਰ, ਤੇ ਉਹਨਾਂ ਲੰਮਾ ਸਮਾਂ ਲਾਹਣਤਾਂ ਦਿਨ ਤੋਂ ਦਿਨ ਵੱਧਦੀਆਂ ਜਾਣਗੀਆਂ। ਹੁਣ ਸਰਕਾਰ ਦੀ ਮਰਜ਼ੀ ਨੇ ਲਾਹਣਤਾਂ ਹੋਰ ਲੈਣੀਆਂ ਜਾਂ ਦੋਸ਼ੀ ਫੜਨੇ ਆ। ਬਿਲਕੁਲ ਜੀ। ਭਾਈ ਗੁਰਭਾਗ ਸਿੰਘ ਨੇ ਇੱਕ ਗੱਲ ਕਹੀ ਹੈ ਵੀ ਜਦੋਂ ਬਟਨ ਨੱਪਦੇ ਸਾਂ ਤੇ ਅੱਗੇ ਸਾਡੇ ਬੇਅਦਬੀਆਂ ਆ ਜਾਂਦੀਆਂ ਸੀ, ਵੀ ਬੇਅਦਬੀਆਂ ਇਹਨਾਂ ਦੋਸ਼ੀਆਂ ਨੇ ਕੀਤੀਆਂ। ਜਦੋਂ ਦੂਸਰੀ ਵਾਰ ਇਲੈਕਸ਼ਨ ਹੁੰਦੇ ਨੇ, ਕਾਂਗਰਸ ਹੋਂਦ ਵਿੱਚ ਆਉਂਦੀ ਹੈ, ਤੇ ਉਦੋਂ ਕਾਂਗਰਸ ਨੂੰ ਲੈ ਕੇ ਆਂਦਾ ਜਾਂਦਾ ਹੈ, ਤੇ ਜਦੋਂ ਤੀਸਰੇ ਪਾਸੇ ਜਦੋਂ ਬਦਲਾਅ ਦੀ ਗੱਲ ਕਰਦੇ ਆ ਤੇ ਬਟਨ ਨੱਪਣ ਲੱਗਿਆ, ਉਦੋਂ ਕਾਂਗਰਸ ਵੀ ਅੱਗੇ ਦਿਸਦੀ ਵੀ ਇਨਸਾਫ ਇਹਨਾਂ ਨੇ ਵੀ ਨਹੀਂ ਦਿੱਤਾ। ਤੇ ਗੁਰਭਾਗ ਸਿੰਘ ਨੇ ਬੜੀ ਵਧੀਆ ਗੱਲ ਕਹੀ, ਕਹਿੰਦੇ ਆਉਣ ਵਾਲੇ ਸਮੇਂ ਅੰਦਰ ਇਲੈਕਸ਼ਨ ਹੋਣਗੇ, ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਮਝ ਲਏ ਵੀ ਜੇ ਬੇਅਦਬੀਆਂ ਦਾ ਇਨਸਾਫ ਤੁਸੀਂ ਵੀ ਨਾ ਦੇ ਪਾਏ ਤੇ ਚੇਤੇ ਰੱਖਿਆ ਜੇ ਫਿਰ ਬਦਲਾਅ ਹੋਰ ਵੀ ਇਹ ਪੰਜਾਬ ਦੇ ਲੋਕ ਚਾਹੁੰਦੇ ਆ, ਉਹ ਹੋਰ ਵੀ ਕੁਝ ਚਾਹੁੰਦੇ ਨੇ। ਵੀਰ ਜੀ, ਤੁਸੀਂ ਪਿੰਡਾਂ ਦੇ ਵਿੱਚ ਸੁਣ ਲਿਆ ਆ, ਵੀਰ ਸੁਖਰਾਜ ਸਿੰਘ ਨੇ ਕਹਿ ਦਿੱਤਾ ਵੀ ਨਿਸ਼ਾਨ ਸਾਹਿਬ ਜਿਹੜੇ ਆ ਉਹ ਝੁਲਣੇ ਚਾਹੀਦੇ ਨੇ ਤਾਂ ਕਿ ਸਿੱਖੀ ਦਾ ਪ੍ਰਤੀਕ ਨੇ। ਲੋਕਾਂ ਨੂੰ ਪਤਾ ਲੱਗੇ ਵੀ ਬਰਗਾੜੀ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਲੱਗਾ ਹੋਇਆ ਮੋਰਚਾ ਇਨਸਾਫ ਦੀ ਮੰਗ ਵਾਸਤੇ ਹੈ, ਤੇ ਜਦੋਂ ਕੋਈ ਉਸ ਨਿਸ਼ਾਨ ਸਾਹਿਬ ਨੂੰ ਦੇਖ ਕੇ ਪੁੱਛੇ
ਤੇ ਇਹ ਪਤਾ ਲੱਗੇ ਵੀ ਖਾਲਸੇ ਦਾ ਨਿਸ਼ਾਨ ਸਾਹਿਬ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗਣ ਵਾਸਤੇ ਬਾਈਬਲ ਕਲਾ ਮੋਰਚੇ ਦਾ ਕੇਸਰੀ ਨਿਸ਼ਾਨ ਸਾਡੇ ਸਿੱਖੀ ਦਾ ਪ੍ਰਤੀਕ ਆ ਤੇ ਇਹ ਹਰੇਕ ਘਰ ਤੇ ਜਿਵੇਂ ਹਿੰਦੂਆਂ ਦਾ ਤਿਰੰਗਾ ਹੋ ਗਿਆ ਜੀ ਹਿੰਦੁਸਤਾਨ ਦਾ ਝੰਡਾ ਰਾਸ਼ਟਰੀ ਮਾਰਗ ਫਲੈਗ ਝੰਡਾ ਹੋ ਗਿਆ ਇਸੇ ਤਰ੍ਹਾਂ ਸਿੱਖਾਂ ਦੇ ਵੀ ਝੰਡੇ ਲੱਗਣੇ ਚਾਹੀਦੇ। ਸਾਨੂੰ 15 ਅਗਸਤ ਹੈ ਜਿਹੜਾ ਉਹਦੇ ਵਿੱਚ ਸਾਨੂੰ ਤਾਂ ਕੋਈ ਆਪਦਾ ਸਿੱਖ ਰਾਜ ਨਹੀਂ ਨਾ ਮਿਲਿਆ। ਜੇ ਸਾਨੂੰ ਸਿੱਖ ਰਾਜ ਮਿਲਿਆ ਹੁੰਦਾ ਤਾਂ ਅਸੀਂ ਇਸ ਤਰ੍ਹਾਂ ਭਟਕਦੇ ਨਾ, ਅਸੀਂ ਆਪਦਾ ਖੁਦ ਹੱਲ ਕਰਦੇ ਇਸ ਬੇਅਦਬੀ ਦਾ। ਪਹਿਲੀ ਗੱਲ ਤਾਂ ਬੇਅਦਬੀ ਹੋਣੀ ਨਹੀਂ ਸੀ ਜੇ ਸਾਡੇ ਕੋਲ ਆਪਦਾ ਸਿੱਖ ਰਾਜ ਹੁੰਦਾ ਤਾਂ। ਕਿਸੇ ਵੀ ਧਰਮ ਦੀ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ, ਕਿਸੇ ਧਰਮ ਦੀ ਕਿਸੇ ਇਸ ਦੀ ਬੇਅਦਬੀ ਹੋਈ ਨਹੀਂ। 40 ਸਾਲਾਂ ਦੇ ਰਾਜ ਵਿੱਚ ਸਾਡੇ ਕੋਈ ਇਹੋ ਜਿਹੀ ਘਟਨਾ ਨਹੀਂ ਹੋਈ ਬੇਅਦਬੀ ਵਾਲੀ। ਬਿਲਕੁਲ ਜੀ, ਹਾਂਜੀ, ਨਾ ਕਿਸੇ ਹੋਰ ਧਰਮ ਨੂੰ ਟਾਰਗੇਟ ਕੀਤਾ ਗਿਆ। ਬਿਲਕੁਲ ਜੀ, ਕਿਤੇ ਨਾ ਕਿਤੇ ਇਹ ਘਟੀਆ ਮਨਸੂਬੇ ਦੇ ਨਾਲ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਆ ਉਹ ਐਵੇਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ। ਪਰ ਕਾਨੂੰਨ ਐਵੇਂ ਦਾ ਬਣਨਾ ਚਾਹੀਦਾ ਜਿਹੜਾ ਐਸੀ ਘਟੀਆ ਹਰਕਤ ਕਰਦਾ ਆ ਉਹਨਾਂ ਨੂੰ ਨੱਥ ਪਾਈ ਜਾਵੇ, ਉਹਨਾਂ ਨੂੰ ਘੱਟੋ ਘੱਟ ਉਮਰ ਕੈਦ ਤਾਂ ਹੋਣੀ ਚਾਹੀਦੀ ਜੇ ਫਾਂਸੀ ਦੀ ਸਜ਼ਾ ਨਹੀਂ ਹੁੰਦੀ। ਵੀਰ ਜੀ ਕੀ ਕਹਿਣਾ ਚਾਹੁੰਦੇ ਜੇ? ਸਾਰੀਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਵੀਰ ਜੀ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਵਿੱਚ ਸੇਵਾ ਕਰਦੇ ਬਹੁਤ ਸਮਾਂ ਹੋ ਗਿਆ ਸਾਨੂੰ ਜੀ। ਅਸੀਂ ਜਾਂਦੇ ਹੀ ਜਿੱਥੇ ਗੁਰੂ ਸਾਹਿਬ ਦਾ ਨਰਾਜ਼ ਹੁੰਦਾ ਹੈ, ਗੁਰੂ ਸਾਹਿਬ ਦੇ ਸਤਿਕਾਰ ਦੀ ਬਹਾਲੀ ਵਾਸਤੇ ਜਥੇਬੰਦੀ ਬਣੀ ਹੈ। ਅਸੀਂ ਪਹਿਲੇ ਦਿਨ ਤੋਂ ਹੀ ਅਸੀਂ ਜੇ ਫਰੀਦਕੋਟ ਜ਼ਿਲ੍ਹੇ ਦਾ ਨਹੀਂ ਸਿੰਘ ਆਏ ਤੇ ਅਸੀਂ ਦੂਜੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਿੰਘ ਪਹੁੰਚ ਜਾਂਦੇ ਆ। ਅਸੀਂ ਪਹਿਲਾਂ ਤੋਂ ਲੈ ਕੇ ਇਸ ਮੋਰਚੇ ਦੇ ਵਿੱਚ ਡਟੇ ਹੋਏ ਹਾਂ। ਹੁਣ ਜਿਹੜਾ ਸਰਕਾਰ ਨੇ ਸਮਾਂ ਮੰਗਿਆ ਸੀਗਾ, ਸਰਕਾਰ ਚੱਲ ਰਹੀ ਹੈ ਪਿਛਲੀਆਂ ਜਿਹੜੀਆਂ ਸਰਕਾਰਾਂ ਦੋ ਨੰਗੀਆਂ ਉਹਨਾਂ ਪੈੜਾਂ 'ਤੇ, ਜਿਸ ਤਰ੍ਹਾਂ ਉਹਨਾਂ ਨੇ ਬਾਦਲ ਕਹਿੰਦੇ ਬੇਅਦਬੀ ਕਰਾਈ ਤੇ ਸੌਦਾ ਸਾਧ ਨੇ ਕੀਤੀ, ਇਸੇ ਤਰ੍ਹਾਂ ਉਦੋਂ ਗਾਂ ਸਰਕਾਰ ਨੇ ਇਹਨਾਂ ਨੇ ਅਮਰਿੰਦਰ ਸਿੰਘ ਨੇ ਗੁੱਟ ਹੱਥ 'ਚ ਫੜ ਕੇ ਤੇ ਇਹਨੇ ਕਿਹਾ ਕਿ ਮੈਂ ਇਨਸਾਫ ਦਿਵਾਊਂਗਾ। ਇਹ ਵਾਅਦੇ ਕਰਕੇ ਭੱਜ ਗਿਆ, ਇਹਨੇ ਕੋਈ ਸਾਨੂੰ ਨਿਆਂ ਨਹੀਂ ਦਿੱਤਾ ਸਿੱਖਾਂ ਨੂੰ। ਉਦੋਂ ਬਾਅਦ ਦੇ ਵਿੱਚ ਜਿਹੜਾ ਇਹ ਚੱਲ ਰਹੀ ਹੈ ਆਮ ਆਦਮੀ ਪਾਰਟੀ, ਉਹਨਾਂ ਪੈੜਾਂ 'ਤੇ ਇਹ ਚੱਲ ਰਿਹਾ ਹੈ। ਇਹਨਾਂ ਨੇ ਸਮਾਂ ਇੱਥੇ ਮੋਰਚੇ ਲੱਗੇ ਨੂੰ 3 ਮਹੀਨੇ ਦਾ ਮੰਗ ਕੇ ਉਹ 'ਤੇ ਵੀ ਪੂਰਾ ਖਰੇ ਨਹੀਂ ਉਤਰੇ। ਫਿਰ ਇਹਨਾਂ ਨੇ 15 ਦਿਨਾਂ ਦਾ ਸਮਾਂ ਮੰਗਿਆ, ਉਹ 'ਤੇ ਵੀ ਨਹੀਂ ਖਰਾ ਉਤਰੇ। ਆਖਰੀ ਇਹਨਾਂ ਨੂੰ ਅੱਜ ਪਿਛਲੇ ਐਤਵਾਰ ਜਿਹੜੀ ਇੱਥੇ ਸੰਗਤ ਇਕੱਠੀ ਹੋਈ ਸੀ, ਅੱਜ ਵਾਲਾ ਸਮਾਂ ਦਿੱਤਾ ਸੀਗਾ ਕਿ ਭਾਈ ਤੁਹਾਨੂੰ ਸੰਗਤ ਦੇ ਵਿਚਾਰ ਲੈ ਕੇ ਤੁਹਾਨੂੰ ਅਗਲਾ ਪ੍ਰੋਗਰਾਮ ਦਿੱਤਾ ਜਾਊਗਾ। ਉਹ ਇਸ ਕਰਕੇ ਸੰਗਤ ਦੀ ਸਾਰੀ ਦੀ ਰਾਏ ਸੀਗੀ ਕਿ ਵੀ ਸਮਾਂ ਪਾਈ ਨਾ ਦਿੱਤਾ ਜਾਵੇ। ਹੁਣ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਊਗਾ, 15ਵੇਂ ਦਿਨ ਹੋਊਗਾ, 16 ਤਰੀਕ ਨੂੰ ਇੱਥੇ ਸੰਗਤ ਨੂੰ ਫਿਰ ਬੁਲਾਇਆ ਜਾਊਗਾ। ਜੇ ਸਰਕਾਰ ਕੁਛ ਉਦੋਂ ਨੂੰ ਸਾਨੂੰ ਨਿਆਂ ਦਿੰਦੀ ਹੈ ਤਾਂ ਬਹੁਤ ਵਧੀਆ ਬਿਹਤਰ ਗੱਲ, ਜੇ ਨਹੀਂ ਦਿੰਦੀ ਤਾਂ ਅਸੀਂ ਉਦੋਂ ਅੱਗੇ ਸੰਘਰਸ਼ ਹੋਰ ਤੇਜ਼ ਕਰਾਂਗੇ। ਬਿਲਕੁਲ ਜੀ, 15 ਦਿਨਾਂ ਤੋਂ ਬਾਅਦ 16ਵੇਂ ਦਿਨ ਇੱਥੇ ਇੱਕ ਵੱਡਾ ਪ੍ਰੋਗਰਾਮ ਇੱਥੇ ਰੱਖਿਆ ਗਿਆ ਹੈ, ਵੱਡਾ ਇਕੱਠ ਰੱਖਿਆ ਗਿਆ ਹੈ। ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ। ਇਹ ਵੀ ਕਿਹਾ ਜਾ ਰਿਹਾ ਵੀ ਉਹਨਾਂ ਚਿਰ ਸਹਿਜ ਪਾਠ ਆਰੰਭ ਕਰਕੇ ਭੋਗ ਪਾਏ ਜਾਣਗੇ। ਹਰ 15 ਦਿਨ ਬਾਅਦ ਇੱਥੇ ਪ੍ਰੋਗਰਾਮ ਜਿਹੜਾ ਉਹ ਰੱਖਿਆ ਜਾਏਗਾ। 15 ਦਿਨ ਦਾ ਟਾਈਮ ਜਿਹੜਾ ਆ ਸਰਕਾਰ ਨੂੰ ਦਿੱਤਾ ਗਿਆ। ਵੇਖੋ ਹੁਣ ਆਉਣ ਵਾਲੇ ਦਿਨਾਂ ਦੇ ਅੰਦਰ ਕੀ ਕੁਝ ਅਹਿਮ ਰਹਿੰਦਾ। ਜਥੇਬੰਦੀਆਂ ਦਾ ਇਕੱਠ ਬਹੁਤ ਵੱਡੀ ਤਾਦਾਦ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਹੀ ਹੋਏਗਾ। ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ। ਪੰਥਕ ਸ਼ਖਸੀਅਤਾਂ ਜਿਹੜੀਆਂ ਆ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੀਆਂ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਲਾਮਬੰਦੀ ਕਰਨ ਵਾਸਤੇ ਅਪੀਲ ਕੀਤੀ ਗਈ ਹੈ ਇਸ ਬਾਈਬਲ ਕਲਾਂ ਦੇ ਮੋਰਚੇ ਵੱਲੋਂ। ਤੇ ਦਰਸ਼ਕੋ ਆਉਣ ਵਾਲੇ ਸਮੇਂ ਅੰਦਰ ਸਮੇਂ ਦੀ ਜੋ ਗੱਲਬਾਤ ਹੋਏਗੀ, ਸਮੇਂ ਦਾ ਜੋ ਸੱਚ ਹੋਏਗਾ ਉਹ ਅਸੀਂ ਤੁਹਾਡੇ ਤੱਕ ਜ਼ਰੂਰ ਲੈ ਕੇ ਪਹੁੰਚਣ ਦਾ ਯਤਨ ਕਰਾਂਗੇ। ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੋਇਆ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।